Hello friends, welcome to the YouTube channel Support for Education, and in this video we are going to study the chapter Two Gentlemen of Verona written by A.J. Cronin. So friends, in this video we will read the chapter and I will try to explain you the chapter in Punjabi as well. So if you have still not subscribed to our YouTube channel Support for Education, please subscribe to the channel to get the regular updates of our new videos. So let's start. First, let us know about the author. A.J. Cronin was a doctor. He practiced medicine in Wales and in London. A.J. Cronin एक डॉक्टर ਸੀਗਾ ਤੇ ਉਹ ਆਪਣੀ ਡਾਕਟਰੀ ਦੀ ਪ੍ਰੈਕਟਿਸ ਵੇਲਸ ਅਤੇ ਲੰਡਨ ਵਿੱਚ ਕਰਦਾ ਸੀ. It was while recovering from a breakdown in health that he wrote his first novel, Hatter's Castle. ਜਦੋਂ ਉਹ ਆਪਣੀ ਬਿਮਾਰੀ ਤੋਂ ਰਿਕਵਰ ਕਰ ਰਿਹਾ ਸੀਗਾ ਤਾਂ ਉਹਨੇ ਇੱਕ ਨੋਵਲ ਲਿਖਿਆ ਤੇ ਉਸ ਦਾ ਨਾਂ ਸੀਗਾ Hatter's Castle. It was a huge success. Cronin gave up practicing medicine and took to writing as a career. ਤੇ ਉਹਨੂੰ ਨੋਵਲ ਲਿਖ ਕੇ ਬਹੁਤ ਸਫਲਤਾ ਮਿਲੀ ਤੇ ਉਹਨੇ ਡਾਕਟਰੀ ਛੱਡ ਦਿੱਤੀ ਅਤੇ ਲਿਖਣ ਦਾ ਕੈਰੀਅਰ ਹੈ ਉਹ ਚੂਜ਼ ਕਰ ਲਿਆ. He wrote a number of novels and short stories. ਉਹਨੇ ਕਾਫੀ short stories ਅਤੇ novels ਲਿਖੇ. Among his best known novels are The Citadel, The Key of Kingdom and The Spanish Gardener. ਤੇ ਉਹਨਾਂ ਦੇ ਬੈਸਟ ਨੋਨ ਨੋਵਲਸ ਨੇ ਦ ਸੀਟਾਡੈਲ ਤੇ ਬੁੱਕ ਵਿੱਚ ਲਿਖਿਆ ਦ ਕੀ ਆਫ ਦ ਕਿੰਗਡਮ, ਬਟ ਐਕਚੁਅਲੀ ਦਾ ਨੋਵਲ ਹੈ ਉਹ ਹੈ ਦ ਕੀਜ਼ ਆਫ ਦ ਕਿੰਗਡਮ ਐਂਡ ਦ ਸਪੈਨਿਸ਼ ਗਾਰਡਨਰ. ਦ ਟਾਈਟਲ ਆਫ ਦ ਪ੍ਰੈਜ਼ੈਂਟ ਸਟੋਰੀ ਇਜ਼ ਡੈਟ ਆਫ ਵਨ ਆਫ ਦ ਅਰਲੀ ਪਲੇਸ ਆਫ ਸ਼ੇਕਸਪੀਅਰ. ਤੇ ਹੁਣ ਇਹ ਸਾਡੀ ਸਟੋਰੀ ਦਾ ਜਿਹੜਾ ਟਾਈਟਲ ਹੈ, ਜਿਹੜਾ ਸਿਰਲੇਖ ਹੈ, ਟੂ ਜੈਂਟਲਮੈਨ ਆਫ ਵਰੋਨਾ, ਇੱਕ ਸ਼ੇਕਸਪੀਅਰ ਦੇ ਪਲੇ ਦਾ ਵੀ ਇੱਕ ਸਿਰਲੇਖ ਹੈ, ਉਸ ਦਾ ਵੀ ਇੱਕ ਨਾਂ ਹੈ. The story recounts the hard life willfully spent by two young boys so that they could pay for the treatment of their sister afflicted with tuberculosis. ਤੇ ਇਸ ਕਹਾਣੀ ਵਿੱਚ ਸਾਨੂੰ ਉਹਨਾਂ ਮੁਸ਼ਕਿਲਾਂ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਦੋ ਯੰਗ ਬॉयਜ਼ ਫੇਸ ਕਰ ਰਹੇ ਨੇ ਆਪਣੀ ਲਾਈਫ ਵਿੱਚ ਤੇ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਤਾਂ ਕਿ ਉਹ ਆਪਣੀ ਭੈਣ ਜਿਹਨੂੰ ਟਿਊਬਰਕਲੋਸਿਸ ਹੈ ਉਸ ਦਾ ਇਲਾਜ ਚੰਗੀ ਤਰ੍ਹਾਂ ਕਰਵਾ ਪਾਣ. The boys' sacrifice, their sincerity and devotion to the cause and the maturity they display in their actions gives a new hope for humanity. ਉਹਨਾਂ boys ਦੀ sincerity, ਉਹਨਾਂ ਦਾ ਤਿਆਗ, ਉਹਨਾਂ ਦੀ devotion ਤੇ maturity ਮਨੁੱਖਤਾ ਨੂੰ ਇੱਕ ਨਵੀਂ ਉਮੀਦ ਦੀ ਕਿਰਨ ਦਿਖਾਉਂਦੇ ਹਨ. ਤੇ ਦੋਸਤੋ, ਇਸ ਕਹਾਣੀ ਵਿੱਚ ਟੂ ਜੈਂਟਲਮੈਨ ਆਫ ਵਰੋਨਾ ਕਿਹਨੂੰ ਕਿਹਾ ਗਿਆ? ਇਹ ਦੋ ਬॉयਜ਼ ਨੂੰ ਕਿਹਾ ਗਿਆ ਜੋ ਕਿ ਬਹੁਤ ਜ਼ਿਆਦਾ ਮਿਹਨਤ ਹੈ ਉਹ ਕਰ ਰਹੇ ਨੇ ਤਾਂ ਕਿ ਉਹ ਆਪਣੀ ਭੈਣ ਦਾ ਇਲਾਜ ਚੰਗੀ ਤਰ੍ਹਾਂ ਕਰਾ ਪਾਣ. ਤੇ ਆਓ ਹੁਣ ਅਸੀਂ ਕਹਾਣੀ ਨੂੰ ਪੜ੍ਹਦੇ ਹਾਂ. As the narrator and his friend drove through the foothills of Alps, two small boys stopped us on the outskirts of Verona. ਤੇ ਜਿਵੇਂ ਭਾਰਤ ਵਿੱਚ ਹਿਮਾਲਿਆ ਦੀ ਮਾਊਂਟੇਨ ਰੇਂਜ ਹੈ, ਇਸ ਤਰ੍ਹਾਂ ਜਿਵੇਂ ਯੂਰਪ ਵਿੱਚ ਹੈ ਐਲਪਸ ਦੀ ਮਾਊਂਟੇਨ ਰੇਂਜ ਹੈ. ਤੇ ਵਰੋਨਾ ਇਟਲੀ ਵਿੱਚ ਬਹੁਤ ਹੀ ਵਧੀਆ ਤੇ ਮਸ਼ਹੂਰ ਸ਼ਹਿਰ ਹੈ. ਤੇ ਨਰੇਟਰ ਤੇ ਉਸਦਾ ਫਰੈਂਡ ਹੈ ਉਹ ਐਲਪਸ ਮਾਊਂਟੇਨ ਦੇ ਥਰੂ ਵਰੋਨਾ ਸ਼ਹਿਰ ਦੇ ਬਾਹਰ ਪਹੁੰਚ ਚੁੱਕੇ ਹਨ ਤੇ ਦੋ ਛੋਟੇ ਮੁੰਡਿਆਂ ਨੇ ਉਹਨਾਂ ਨੂੰ ਰੋਕਿਆ. ਦੇ ਵਰ ਸੈਲਿੰਗ ਵਾਈਲਡ ਸਟ੍ਰਾਬੇਰੀਜ਼. ਤੇ ਉਹ ਵਾਈਲਡ ਸਟ੍ਰਾਬੇਰੀ ਜਿਹੜਾ ਫਰੂਟ ਆ ਉਹ ਵੇਚ ਰਹੇ ਸੀਗੇ. ਡੋਂਟ ਬਾਈ ਵਾਂਟ ਲੂਈਗੀ ਆਰ ਕੌਸ਼ੀਅਸ ਡਰਾਈਵਰ. ਤੇ ਜਿਹੜਾ ਡਰਾਈਵਰ ਹੈ ਲੂਈਗੀ ਉਹਨੇ ਮਨਾ ਕੀਤਾ ਵੀ ਨਾ ਖਰੀਦੋ. ਯੂ ਵਿਲ ਗੈਟ ਫਰੂਟ ਮਚ ਬੈਟਰ ਇਨ ਵਰੋਨਾ ਬਿਸਾਈਡਸ ਥੀਸ ਬॉयਜ਼. ਕਿ ਤੁਹਾਨੂੰ ਵਰੋਨਾ ਸ਼ਹਿਰ ਵਿੱਚ ਇਸ ਤੋਂ ਬੈਟਰ ਆ ਫਰੂਟ ਆ ਮਿਲ ਜਾਏਗਾ. ਤੇ ਉਹ ਉਹਨਾਂ ਮੁੰਡਿਆਂ ਬਾਰੇ ਵੀ ਕੁਝ ਕਹਿਣਾ ਚਾਹੁੰਦਾ ਸੀਗਾ ਬਿਸਾਈਡ ਥੀਸ ਬॉयਜ਼, ਪਰ ਉਹ ਕਹਿੰਦਾ ਰੁਕ ਗਿਆ. ਲੂਈਗੀ ਸ਼ਰਡ ਹਿਜ਼ ਸ਼ੋਲਡਰਸ ਟੂ ਕਨਵੇ ਹਿਜ਼ ਡਿਸਅਪਰੂਵਲ ਆਫ ਦੇਅਰ ਸ਼ੈਬੀ ਅਪੀਅਰੈਂਸ. ਤੇ ਸ਼ਰਗਿੰਗ ਦਾ ਸ਼ੋਲਡਰ ਹੁੰਦਾ ਵੀ ਆਪਣੇ ਮੋਢਿਆਂ ਨੂੰ ਉਤਾਰ ਚੁੱਕਣਾ. ਜਿਵੇਂ ਕੋਈ ਕਿਸੇ ਨੂੰ ਪੁੱਛਦਾ ਵੀ ਤੈਨੂੰ ਇਸ ਗੱਲ ਦਾ ਪਤਾ ਤੇ ਕੋਈ ਸ਼ਰਗ ਹਿਜ਼ ਸ਼ੋਲਡਰ ਕਰਦਾ ਵੀ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ, ਤੇ ਸ਼ੋਲਡਰ ਉੱਪਰ ਕਰਕੇ ਇਸ਼ਾਰਾ ਕਰਦਾ ਵੀ ਮੈਨੂੰ ਨਹੀਂ ਪਤਾ. ਤੇ ਜਾਂ ਜਦੋਂ ਕਿਸੇ ਨੂੰ ਮਨਾ ਕਰਨਾ ਹੋਏ ਤੇ ਉਦੋਂ ਵੀ ਇਹ ਮੋਢੇ ਉੱਪਰ ਕੀਤੇ ਜਾਂਦੇ ਹਨ. ਤੇ ਲੂਈਗੀ ਨੇ ਕੀ ਕੀਤਾ ਕਿ ਆਪਣੇ ਮੋਢਿਆਂ ਨੂੰ ਉੱਪਰ ਕਰਕੇ ਕਿਹਾ ਵੀ ਨਾ ਖਰੀਦੋ. ਤੇ ਉਹ ਮੁੰਡਿਆਂ ਦਾ ਅਪੀਅਰੈਂਸ ਕਿਸ ਤਰ੍ਹਾਂ ਦਾ ਸੀਗਾ? ਸ਼ੈਬੀ ਅਪੀਅਰੈਂਸ, ਜਿਸ ਦਾ ਅਰਥ ਹੈ ਕਿ ਉਹਨਾਂ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀਗੇ. One boy had on a worn jersey and cut off khaki pants, the other a shortened army tunic gathered in loose folds about his skinny frame. ਇੱਕ ਬॉय ਨੇ ਫਟੇ ਹੋਈ ਜਰਸੀ ਅਤੇ ਫਟੀ ਹੋਈ ਖਾਕੀ ਪੈਂਟ ਪਾਈ ਹੋਈ ਸੀ ਤੇ ਦੂਜੇ ਬॉय ਨੇ ਆਰਮੀ ਟਿਊਨਿਕ ਪਾਈ ਹੋਈ ਹੈ. ਆਰਮੀ ਟਿਊਨਿਕ ਕੀ ਹੁੰਦਾ ਵੀ ਉਹ ਜੈਕਟ ਜਿਹੜੇ ਆਰਮੀ ਵਾਲੇ ਲੋਕ ਪਾਉਂਦੇ ਨੇ. ਗੈਦਰਡ ਲੂਜ਼ ਫੋਲਡਸ,
ਅਬਾਊਟ ਹਿਸ ਸਕਿਨੀ ਫਰੇਮ ਵੀ ਉਹ ਕਾਫੀ ਜ਼ਿਆਦਾ ਉਸ ਨੂੰ ਲੂਜ਼ ਹੈ ਕਿਉਂਕਿ ਉਹ ਬਹੁਤ ਹੀ ਪਤਲਾ ਸਕਿਨੀ ਫਰੇਮ ਦਾ ਅਰਥ ਹੈ ਕਿ ਉਹ ਬਹੁਤ ਹੀ ਪਤਲਾ ਹੈ ਤੇ ਦੂਜਾ ਬੱਚਾ ਕਾਫੀ ਪਤਲਾ ਹੈ ਤੇ ਉਹਨੇ ਕਾਫੀ ਖੁੱਲੀ ਲੂਜ਼ ਹੈ ਆਰਮੀ ਦੀ ਆਰਮੀ ਟਿਊਨਿਕ ਹੈ ਉਹ ਪਾਈ ਹੋਈ ਹੈ ਯੈਟ gazing at the two little fingers with their brown skin tangled hair and dark earnest eyes we felt ourselves strangely attracted ਤੇ ਉਹ ਬੱਚਿਆਂ ਨੂੰ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਛੋਟੇ ਛੋਟੇ ਹੱਥ ਹੈਗੇ ਹਨ ਤੇ ਬਰਾਊਨ ਕਲਰ ਦੀ ਉਹਨਾਂ ਦੀ ਸਕਿਨ ਹੈ ਟੈਂਗਲਡ ਹੇਅਰ ਉਲਝੇ ਹੋਏ ਉਹਨਾਂ ਦੇ ਵਾਲ ਹਨ ਤੇ ਡਾਰਕ ਅਰਨੈਸਟ ਅਰਥ ਹੁੰਦਾ ਸਿੰਸੀਅਰ ਤੇ ਉਹਨਾਂ ਦੀ ਅੱਖਾਂ ਵਿੱਚ ਸਿੰਸੀਅਰਿਟੀ ਹੈਗੀ ਹੈ ਤੇ ਵੀ ਫੈਲਟ ਆਰਸੈਲਵਸ ਸਟ੍ਰੇਂਜਲੀ ਅਟਰੈਕਟਿਡ ਸੀ ਕਿ ਅਸੀਂ ਉਹਨਾਂ ਵੱਲ ਅਟਰੈਕਟ ਹੋ ਗਏ ਕੌਣ ਅਟਰੈਕਟ ਹੋ ਗਿਆ ਲੇਖਕ ਤੇ ਉਸਦਾ ਦੋਸਤ My companion, who spoke to the boys, discovered that they were brothers. Nicola the elder was 13. Jacopo, who barely came up to the door handle of the car, was nearly 12. We bought their biggest basket, then set off toward town. ਤੇ ਮੇਰੇ ਸਾਥੀ ਨੇ ਉਹ ਬੱਚਿਆਂ ਨਾਲ ਗੱਲ ਕੀਤੀ ਤੇ ਇਹ ਪਤਾ ਲੱਗਿਆ ਕਿ ਉਹ ਦੋਨੋਂ ਸਕੇ ਭਰਾ ਸਨ ਤੇ ਨਿਕੋਲਾ ਸੀਗਾ ਵੱਡਾ ਭਰਾ ਤੇ ਉਹ 13 ਸਾਲਾਂ ਦਾ ਸੀ ਜੈਕੋਪੋ ਛੋਟਾ ਸੀਗਾ ਤੇ ਗੱਡੀ ਦੇ ਹੈਂਡਲ ਤੱਕ ਮਸਾਂ ਹੀ ਉਸ ਦਾ ਕੱਦ ਪਹੁੰਚਦਾ ਸੀਗਾ ਤੇ ਉਹ 12 ਸਾਲਾਂ ਦਾ ਸੀਗਾ ਤੇ ਉਹ ਜਿਹੜੀ ਸਟ੍ਰਾਬੇਰੀ ਦੀ ਬਾਸਕਟ ਵੇਚ ਰਹੇ ਸੀਗੇ ਅਸੀਂ ਉਹਨਾਂ ਤੋਂ ਸਭ ਤੋਂ ਵੱਡੀ ਬਾਸਕਟ ਖਰੀਦੀ ਤੇ ਅਸੀਂ ਸ਼ਹਿਰ ਵੱਲ ਨੂੰ ਤੁਰ ਪਏ Next morning, coming out of our hotel, we saw our friends bent over shoe shine boxes beside the fountain in the public square doing a brisk business. ਤੇ ਇੱਥੇ ਕੀ ਆਇਆ ਕਿ ਅਗਲੀ ਸਵੇਰੇ ਜਦੋਂ ਅਸੀਂ ਆਪਣੇ ਹੋਟਲ ਤੋਂ ਬਾਹਰ ਆਏ ਹੋਟਲ ਤੋਂ ਬਾਹਰ ਕੌਣ ਆਇਆ ਲੇਖਕ ਤੇ ਉਸ ਦਾ ਦੋਸਤ ਤੇ ਵੀ ਸੌ ਫਰੈਂਡਸ ਤੇ ਉਹਨਾਂ ਨੇ ਆਪਣੇ ਦੋਸਤਾਂ ਨੂੰ ਦੇਖਿਆ ਕਿਹੜੇ ਫਰੈਂਡਸ ਨੂੰ ਦੇਖਿਆ ਉਹੀ ਦੋ ਮੁੰਡਿਆਂ ਨੂੰ ਨਿਕੋਲਾ ਤੇ ਜੈਕੋਪੋ ਨੂੰ ਤੇ ਉਹ ਫਾਊਂਟੇਨ ਦੇ ਕਿਨਾਰੇ ਫੁਆਰੇ ਦੇ ਕਿਨਾਰੇ ਬੈਠ ਕੇ ਬੂਟ ਪਾਲਿਸ਼ ਕਰ ਰਹੇ ਸੀਗੇ ਇਨ ਦਾ ਪਬਲਿਕ ਸਕੁਅਰ ਇੱਕ ਚੌਰਾਹੇ ਦੇ ਕੋਲ ਤੇ ਡੂਇੰਗ ਅ ਬ੍ਰਿਸਕ ਬਿਜ਼ਨਸ ਤੇ ਬ੍ਰਿਸਕ ਬਿਜ਼ਨਸ ਕੀ ਹੁੰਦਾ ਹੈ ਕਿ ਫਟਾਫਟ ਜਿਸ ਵਿੱਚ ਬੰਦਾ ਬਿਜ਼ੀ ਰਹਿੰਦਾ ਤੇ ਫਟਾਫਟ ਉਹ ਕੰਮ ਹੁੰਦਾ ਰਹਿੰਦਾ ਤੇ ਬ੍ਰਿਸਕ ਦਾ ਅਰਥ ਹੁੰਦਾ ਕੁਇਕ ਜਿਵੇਂ ਆਈਸਕ੍ਰੀਮ ਵੇਚਣਾ ਵੀ ਇੱਕ ਬ੍ਰਿਸਕ ਬਿਜ਼ਨਸ ਹੈ ਵੀ ਕੰਮ ਵਿੱਚ ਬੰਦਾ ਰੁੱਝਿਆ ਰਹਿੰਦਾ ਵੀ ਕਸਟਮਰ ਆਈ ਜਾਂਦਾ ਤੇ ਬਿਜ਼ਨਸ ਹੋਈ ਜਾਂਦਾ We watched for a few moments, then as trade slackened, we went over. ਤੇ ਅਸੀਂ ਕੁਝ ਦੇਰ ਦੇਖਿਆ ਵੇਟ ਕੀਤੀ ਤੇ ਜਦੋਂ ਟ੍ਰੇਡ ਸਲੈਕੈਂਡ ਤੇ ਸਲੈਕੈਂਡ ਦਾ ਅਰਥ ਹੁੰਦਾ ਵੀ ਟੂ ਬਿਕਮ ਸਲੋਵਰ ਔਰ ਲੈਸ ਐਕਟਿਵ ਤੇ ਜਦੋਂ ਉਹਨਾਂ ਦੇ ਕੋਲ ਰਸ਼ ਘਟ ਗਿਆ ਤੇ ਅਸੀਂ ਉਹਨਾਂ ਕੋਲ ਗਏ ਦੇ ਗ੍ਰੀਟਡ ਅਸ ਵਿਦ ਫ੍ਰੈਂਡਲੀ ਫੇਸਿਸ ਤੇ ਉਹਨਾਂ ਨੇ ਸਾਨੂੰ ਆਪਣੇ ਫ੍ਰੈਂਡਲੀ ਫੇਸਿਸ ਦੇ ਨਾਲ ਗ੍ਰੀਟ ਕੀਤਾ I thought you picked fruit for a living, I said. We do many things, sir, Nicola answered seriously. ਤੇ ਲੇਖਕ ਨੇ ਕਿਹਾ ਕਿ ਮੈਨੂੰ ਇਹ ਲੱਗਿਆ ਕਿ ਤੁਸੀਂ ਫਰੂਟਸ ਵੇਚਦੇ ਹੋ ਕੋਈ ਪਹਿਲਾਂ ਵਾਈਲਡ ਸਟ੍ਰਾਬੇਰੀਜ਼ ਵੇਚ ਰਹੇ ਸੀਗੇ ਤੇ ਉਹ ਲੇਖਕ ਨੇ ਕਿਹਾ ਤੇ ਵੀ ਡੂ ਮੈਨੀ ਥਿੰਗਸ ਸਰ ਤੇ ਨਿਕੋਲਾ ਆਨਸਰਡ ਸੀਰੀਅਸਲੀ ਤੇ ਨਿਕੋਲਾ ਨੇ ਸੀਰੀਅਸਲੀ ਜਵਾਬ ਦਿੱਤਾ ਕਿ ਅਸੀਂ ਕਈ ਕੰਮ ਹੈ ਉਹ ਕਰਦੇ ਹਾਂ ਹੀ ਗਲਾਂਸਡ ਐਟ ਅਸ ਹੋਪਫੁਲੀ ਤੇ ਉਸਨੇ ਸਾਨੂੰ ਆਸ ਭਰੀ ਨਿਗਾਹਾਂ ਨਾਲ ਦੇਖਿਆ often we show visitors through the town to Juliet Storm and other places of interest ਤੇ ਉਸ ਤੋਂ ਬਾਅਦ ਨਿਕੋਲਾ ਨੇ ਕਿਹਾ ਕਿ ਅਸੀਂ ਵਿਜ਼ਿਟਰ ਹੁੰਦੇ ਜਿਹੜੇ ਟੂਰਿਸਟ ਹੁੰਦੇ ਉਹਨਾਂ ਨੂੰ ਸ਼ਹਿਰ ਦਿਖਾਉਂਦੇ ਹਾਂ ਟੂ ਜੂਲੀਅਟ ਸਟੋਮ ਐਂਡ ਅਦਰ ਪਲੇਸਿਸ ਆਫ ਇੰਟਰਸਟ ਜਿਹੜੀ ਰੋਮੀਓ ਜੂਲੀਅਟ ਵਾਲੀ ਜੂਲੀਅਟ ਸੀਗੀ ਉਸ ਦੀ ਜੂਲੀਅਟ ਦੀ ਕਬਰ ਤੇ ਹੋਰ ਜਿਹੜੇ ਅਟਰੈਕਟਿਵ ਪਲੇਸਿਸ ਹੈਗੀਆਂ ਨੇ ਟੂਰਿਸਟ ਵਾਸਤੇ ਉਹ ਥਾਵਾਂ ਵੀ ਅਸੀਂ ਦਿਖਾਉਂਦੇ ਹਾਂ ਆਲ ਰਾਈਟ ਆਈ ਸਮਾਈਲਡ ਯੂ ਟੇਕ ਅਸ ਅਲੋਂਗ ਤੇ ਮੈਂ ਹੱਸ ਕੇ ਕਿਹਾ ਕਿ ਆਲ ਰਾਈਟ ਠੀਕ ਹੈ ਤੇ ਸਾਨੂੰ ਵੀ ਨਾਲ ਲੈ ਚੱਲੋ As we made the rounds, my interest was again provoked by their remarkable demeanor. ਤੇ demeanor ਦਾ ਅਰਥ ਹੁੰਦਾ behavior. ਤੇ ਹੁਣ ਲੇਖਕ ਅਤੇ ਉਸ ਦਾ ਦੋਸਤ ਰਾਉਂਡ ਮਾਰ ਰਹੇ ਨੇ ਤੇ ਉਹ ਬੱਚਿਆਂ ਦੇ behavior ਦੇ ਨਾਲ ਜਿਹੜਾ ਲੇਖਕ ਹੈ ਉਹ ਕਾਫੀ ਅਟਰੈਕਟ ਹੋਇਆ. They were childish enough in many ways, quite artless. ਤੇ ਇੱਥੇ artless ਦਾ ਅਰਥ ਹੈ innocent. ਤੇ ਉਹ ਬਿਲਕੁਲ ਬੱਚਿਆਂ ਵਰਗੇ ਸੀਗੇ ਤੇ ਬਿਲਕੁਲ ਹੀ ਉਹ innocent ਸੀਗੇ. ਬਿਲਕੁਲ ਉਹ ਛਲ ਬਲ ਉਹਨਾਂ ਨੂੰ ਨਹੀਂ ਆਉਂਦਾ ਸੀ ਜੈਕੋਪੋ ਵਾਸ ਲਾਈਵਲੀ ਐਜ਼ ਅ ਸਕੁਇਰਲ ਤੇ ਹੁਣ ਜਿਵੇਂ ਗਿਲਹਰੀ ਹੁੰਦੀ ਹੈ ਬਿਲਕੁਲ ਹੀ ਲਾਈਵਲੀ ਹੁੰਦੀ ਹੈ ਤੇ ਬਿਲਕੁਲ ਰੁਕਦੀ ਨਹੀਂ ਟਿਕਦੀ ਨਹੀਂ ਤੇ ਇਸ ਤਰ੍ਹਾਂ ਹੀ ਜੈਕੋਪੋ ਹੈ ਉਹ ਵੀ ਬਹੁਤ ਜ਼ਿਆਦਾ ਲਾਈਵਲੀ ਸੀਗਾ ਨਿਕੋਲਾ ਸਮਾਈਲ ਵਾਸ ਸਟੈਡੀ ਐਂਡ ਐਂਗੇਜਿੰਗ ਤੇ ਨਿਕੋਲਾ ਦੀ ਜਿਹੜੀ ਸਮਾਈਲ ਹੈ ਉਹ ਫਿਕਸਡ ਹੈ ਤੇ ਆਪਣੇ ਵੱਲ ਹੈ ਉਹ ਖਿੱਚਦੀ ਹੈ ਯੈਟ In both these boyish faces, there was seriousness which was far beyond their years.
ਤੇ ਉਹ ਦੋਨਾਂ ਦੇ ਬॉयਜ਼ ਫੇਸਿਸ ਨੇ, ਜਿਵੇਂ ਇੱਕ 12 ਸਾਲ ਦਾ ਤੇ ਇੱਕ 13 ਸਾਲ ਦਾ, ਤੇ ਛੋਟੇ ਬੱਚਿਆਂ ਦੇ ਜਿਸ ਤਰ੍ਹਾਂ ਫੇਸ ਹੁੰਦੇ ਤੇ ਉਸ ਤਰ੍ਹਾਂ ਦੇ ਉਹਨਾਂ ਦੇ ਫੇਸ ਨੇ, ਬਟ ਉਹਨਾਂ ਦੇ ਚਿਹਰਿਆਂ ਉੱਤੇ ਕੋਈ ਸੀਰੀਅਸਨੈਸ ਸੀਗੀ, ਕੋਈ ਗੰਭੀਰਤਾ ਸੀਗੀ ਵਿਚ ਵਾਸ ਫਾਰ ਬਿਯੋਂਡ देयर ਈਅਰਸ। ਜਿਵੇਂ ਵੱਡਿਆਂ ਦੇ ਚਿਹਰੇ ਵਿੱਚ ਗੰਭੀਰਤਾ ਹੁੰਦੀ ਤੇ ਉਸ ਤਰ੍ਹਾਂ ਦੀ ਕੋਈ ਗੰਭੀਰਤਾ ਉਹਨਾਂ ਬੱਚਿਆਂ ਦੇ ਚਿਹਰੇ ਤੇ ਸੀਗੀ। ਇਨ ਦ ਵੀਕ ਵਿਚ ਫੋਲੋਡ ਵੀ ਸੌ them frequently। ਤੇ ਅਗਲੇ ਹਫਤੇ ਅਸੀਂ ਉਹਨਾਂ ਨੂੰ ਕਾਫੀ ਵਾਰ ਦੇਖਿਆ। For they proved extremely useful to us। ਉਹ ਸਾਡੇ ਲਈ ਕਾਫੀ ਲਾਭਦਾਇਕ ਸਨ। We want a pack of American chocolates or seats for opera or some name of good restaurant Nicola and Jacopo could be relied upon to satisfy our needs। ਤੇ ਹੁਣ ਜਿਵੇਂ ਲੇਖਕ ਹੈ ਉਹ ਇਟਲੀ ਆਇਆ ਹੋਇਆ ਤੇ ਹੁਣ ਉਹਨੂੰ ਇਟਲੀ ਵਿੱਚ ਜਿਵੇਂ ਅਮਰੀਕਨ ਚੋਕਲੇਟਸ ਚਾਹੀਦੇ ਨੇ ਜਾਂ ਓਪਰਾ ਹੁੰਦਾ, ਕੋਈ ਸ਼ੋਅ ਹੁੰਦਾ ਜੋ ਕਿ ਯੂਰਪ ਵਿੱਚ ਹੁੰਦਾ ਤੇ ਉਸ ਸ਼ੋਅ ਦੀ ਜਿਹੜੀ ਸੀਟਸ ਆ ਬੁੱਕ ਕਰਾਉਣੀਆਂ ਹਨ ਜਾਂ ਕੋਈ ਚੰਗੇ ਰੈਸਟੋਰੈਂਟ ਵਿੱਚ ਰੋਟੀ ਖਾਣ ਜਾਣਾ ਤਾਂ ਉਹ ਨਿਕੋਲਾ ਤੇ ਜਕੋਪੋ ਦੀ ਮਦਦ ਹੈ ਉਹ ਲੈਂਦੇ ਸਨ। What struck one most was their willingness to work। ਕਿ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਚੀਜ਼ ਪਸੰਦ ਸੀ ਉਹ ਸੀਗੀ willingness to work, ਕਿ ਉਹ ਕੰਮ ਕਰਨ ਨੂੰ ਬਹੁਤ ਹੀ ਤਿਆਰ ਸੀਗੇ। During these summer days, under the hot sun, they shined shoes, sold fruit, hawked newspapers, conducted tours round the town and run errands। ਤੇ ਗਰਮੀ ਦੇ ਦਿਨਾਂ ਵਿੱਚ ਉਹ ਬੱਚੇ ਕੀ ਕਰਦੇ ਸੀਗੇ? ਉਹ ਬੂਟ ਪਾਲਿਸ਼ ਕਰਦੇ ਸੀਗੇ, ਫਰੂਟਸ ਵੇਚਦੇ ਸੀਗੇ, ਅਖਬਾਰਾਂ ਵੇਚਦੇ ਸੀਗੇ, ਟੂਰਿਸਟ ਨੂੰ ਸ਼ਹਿਰ ਘੁਮਾਉਂਦੇ ਸੀਗੇ ਐਂਡ ਰੈਨ ਐਰੈਂਡਸ। ਤੇ ਰੈਨ ਐਰੈਂਡਸ ਹੁੰਦਾ ਵੀ ਛੋਟੇ ਮੋਟੇ ਕੰਮ ਕਰਨਾ, ਜਿਸ ਤਰ੍ਹਾਂ ਕਿਸੇ ਦਾ ਸੁਨੇਹਾ ਕਿਸੇ ਨੂੰ ਪਹੁੰਚਾਉਣਾ, ਕਿਸੇ ਵਾਸਤੇ ਸਮਾਨ ਲੈ ਕੇ ਆਉਣਾ, ਕਿਸੇ ਨੂੰ ਗੁੱਡਸ ਡਿਲੀਵਰ ਕਰਨਾ, ਇਸ ਤਰ੍ਹਾਂ ਦੇ ਛੋਟੇ ਮੋਟੇ ਕੰਮ। One night we came upon them in the windy and deserted square, resting on the stone pavement beneath the lights। ਤੇ ਇੱਥੇ ਕੀ ਹੈਗਾ ਕਿ ਇੱਕ ਰਾਤੀ ਅਸੀਂ ਉਹਨਾਂ ਨੂੰ ਮਿਲੇ ਤੇ ਲੇਖਕ ਅਤੇ ਉਸ ਦਾ ਦੋਸਤ ਹੈ ਉਹ ਬੱਚਿਆਂ ਨੂੰ ਮਿਲੇ ਇੱਕ ਰਾਤੀ ਇਨ ਦ ਵਿੰਡੀ ਐਂਡ ਡੈਜ਼ਰਟਿਡ ਸਕੁਅਰ। ਤੇ ਹਵਾ ਕਾਫੀ ਚੱਲ ਰਹੀ ਸੀ ਉਸ ਰਾਤ ਤੇ ਡੈਜ਼ਰਟਿਡ ਸਕੁਅਰ ਉਹੀ ਪਬਲਿਕ ਸਕੁਅਰ ਜਿਸ ਦੀ ਪਹਿਲਾਂ ਗੱਲ ਕੀਤੀ ਗਈ ਹੈ। ਤੇ ਡੈਜ਼ਰਟਿਡ ਦਾ ਅਰਥ ਹੈ ਵੀ ਬਿਲਕੁਲ ਵੀ ਉੱਥੇ ਭੀੜ ਭਾੜ ਨਹੀਂ ਸੀ, ਬਿਲਕੁਲ ਸੁਨਸਾਨ ਸੀਗਾ। ਰੈਸਟਿੰਗ ਔਨ ਦ ਸਟੋਨ ਪੇਵਮੈਂਟ ਐਂਡ ਬੀਨੀਥ ਦ ਲਾਈਟਸ। ਤੇ ਉਹ ਬੱਚੇ ਫੁੱਟਪਾਥ ਤੇ ਰੈਸਟ ਕਰ ਰਹੇ ਸੀਗੇ ਬੀਨੀਥ ਦ ਲਾਈਟਸ, ਲਾਈਟਾਂ ਦੇ ਥੱਲੇ। ਨਿਕੋਲਾ ਸੈਟ ਅਪਰਾਈਟ ਟਾਇਰਡ। ਤੇ ਨਿਕੋਲਾ ਬਿਲਕੁਲ ਸਿੱਧਾ ਬੈਠਾ ਸੀਗਾ, ਥੱਕਿਆ ਹੋਇਆ। ਅ ਬੰਡਲ ਆਫ ਅਨਸੋਲਡ ਨਿਊਜ਼ਪੇਪਰਸ ਲੇ ਐਟ ਹਿਸ ਫੀਟ। ਤੇ ਉਸ ਦੇ ਪੈਰਾਂ ਤੇ ਅਣਵਿਕੀਆਂ ਅਖਬਾਰਾਂ ਹੈ ਉਸ ਦਾ ਬੰਡਲ ਪਿਆ ਸੀਗਾ। ਜਕੋਪੋ, ਹਿਸ ਹੈਡ ਰੈਸਟਿੰਗ ਅਪਨ ਹਿਸ ਬ੍ਰਦਰਸ ਸ਼ੋਲਡਰ, ਵਾਜ਼ ਅਸਲੀਪ। ਇਟ ਵਾਜ਼ ਨੀਅਰਲੀ ਮਿਡਨਾਈਟ। ਤੇ ਜਕੋਪੋ ਜਿਹੜਾ ਉਸ ਦਾ ਭਰਾ ਹੈ ਤੇ ਉਹ ਉਸਦੇ ਸ਼ੋਲਡਰ ਤੇ ਉਸਦੇ ਮੋਢੇ ਤੇ ਸੋ ਰਿਹਾ ਸੀਗਾ ਤੇ ਉਹ ਲਗਭਗ ਅੱਧੀ ਰਾਤ ਦਾ ਸਮਾਂ ਸੀਗਾ। ਵਾਈ ਆਰ ਯੂ ਆਊਟ ਸੋ ਲੇਟ ਨਿਕੋਲਾ ਤੁਸੀਂ ਇੰਨੀ ਰਾਤ ਨੂੰ ਬਾਹਰ ਕੀ ਕਰ ਰਹੇ ਹੋ? ਵੇਟਿੰਗ ਫॉर ਦ ਲਾਸਟ ਬੱਸ ਫਰਮ ਪਡੂਆ। ਵੀ ਸ਼ੈਲ ਸੈਲ ਆਲ ਆਰ ਪੇਪਰਸ ਵੈਨ ਇਟ ਕਮਸ ਇਨ। ਤੇ ਅਸੀਂ ਬੱਸ ਆਉਣ ਦੀ ਵੇਟ ਕਰ ਰਹੇ ਹਾਂ ਤੇ ਅਸੀਂ ਜਸਟ ਜਿੰਨੇ ਵੀ ਬਚੇ ਹੋਏ ਅਖਬਾਰ ਨੇ ਅਸੀਂ ਵੇਚ ਦੇਵਾਂਗੇ ਜਦੋਂ ਬੱਸ ਆਏਗੀ। ਮਸਟ ਯੂ ਵਰਕ ਸੋ ਹਾਰਡ, ਯੂ ਬੋਥ ਲੁੱਕ ਰਾਦਰ ਟਾਇਰਡ। ਤੇ ਫਿਰ ਲੇਖਕ ਕਹਿ ਰਿਹਾ ਕਿ ਤੁਸੀਂ ਬਹੁਤ ਸਖਤ ਮਿਹਨਤ ਕਰ ਰਹੇ ਹੋ ਤੇ ਤੁਸੀਂ ਬਹੁਤ ਥੱਕੇ ਹੋਏ ਲੱਗ ਰਹੇ ਹੋ। ਵੀ ਆਰ ਨਾਟ ਕੰਪਲੇਨਿੰਗ ਸਰ। ਤੇ ਉਹ ਕਹਿੰਦਾ ਕਿ ਅਸੀਂ ਕੋਈ ਸ਼ਿਕਾਇਤ ਨਹੀਂ ਕਰ ਰਹੇ। ਬਟ ਨੈਕਸਟ ਮਾਰਨਿੰਗ ਵੈਨ ਆਈ ਵੈਂਟ ਓਵਰ ਟੂ ਦ ਫਾਊਂਟੇਨ ਟੂ ਹੈਵ ਮਾਈ ਸ਼ੂਜ਼ ਸ਼ਾਈਨਡ, ਆਈ ਸੈਡ ਨਿਕੋਲਾ, ਦ ਵੇ ਯੂ ਐਂਡ ਜੈਕੋਪੋ ਵਰਕ ਯੂ ਮਸਟ ਅਰਨ ਕੁਆਇਟ ਅ ਬਿਟ। ਤੇ ਜਦੋਂ ਦੇ ਲੇਖਕ ਕਹਿ ਰਿਹਾ ਕਿ ਜਦੋਂ ਮੈਂ ਫਾਊਂਟੇਨ ਦੇ ਕੋਲ ਆਪਣੇ ਬੂਟ ਪਾਲਿਸ਼ ਕਰਾਉਣ ਗਿਆ ਉਹਨਾਂ ਕੋਲ ਤੇ ਮੈਂ ਕਿਹਾ ਨਿਕੋਲਾ ਜਿਸ ਤਰ੍ਹਾਂ ਤੁਸੀਂ ਤੇ ਜੈਕੋਪੋ ਕੰਮ ਕਰ ਰਹੇ ਹੋ ਤੇ ਤੁਸੀਂ ਕਾਫੀ ਪੈਸੇ ਕਮਾਉਂਦੇ ਹੋਣੇ। You spend nothing on clothes. You eat little enough. When I see you have a meal, it's usually black bread and figs. Tell me, what do you do with your money? ਫਿਰ ਕਹਿੰਦਾ ਵੀ ਤੁਸੀਂ ਕੱਪੜਿਆਂ ਤੇ ਕੋਈ ਖਰਚਾ ਨਹੀਂ ਕਰਦੇ ਕਿਉਂਕਿ ਉਹ ਫਟੇ ਪੁਰਾਣੇ ਕੱਪੜੇ ਪਾਉਂਦੇ ਨੇ ਤੇ ਯੂ ਈਟ ਲਿਟਲ ਇਨਫ, ਬਹੁਤ ਥੋੜਾ ਖਾਂਦੇ ਨੇ। ਤੇ ਜਦੋਂ ਵੀ ਮੈਂ ਤੁਹਾਨੂੰ ਰੋਟੀ ਖਾਂਦੇ ਦੇਖਦਾ ਤੇ ਮੈਂ ਦੇਖਦਾ ਤੁਸੀਂ ਬਲੈਕ ਬ੍ਰੈਡ, ਜਿਵੇਂ ਇੰਡੀਆ 'ਚ ਬਰਾਊਨ ਬ੍ਰੈਡ ਆਉਂਦੀ ਹੈ ਨਾ ਵੈਸੇ ਉਸੇ ਤਰ੍ਹਾਂ ਯੂਰਪ ਵਿੱਚ ਬਲੈਕ ਬ੍ਰੈਡ ਉਹ ਚੱਲਦੀ ਹੈ ਤੇ ਬਲੈਕ ਬ੍ਰੈਡ ਖਾਂਦੇ ਨੇ ਤੇ ਫਿਗਸ ਵੀ ਨਾਸ਼ਪਤੀਆਂ ਉਹ ਖਾਂਦੇ ਨੇ। ਤੇ ਉਹ ਪੁੱਛਦਾ ਵੀ ਤੁਸੀਂ ਦੱਸੋ ਤੁਸੀਂ ਪੈਸਿਆਂ ਦਾ ਕੀ ਕਰਦੇ ਹੋ? He colored deeply under his sunburn, then grew pale. He looked to the ground. ਤੇ ਹੁਣ ਇੱਥੇ ਹੀ ਹੈ ਉਹ ਨਿਕੋਲਾ ਨੂੰ ਕਿਹਾ ਗਿਆ ਕਿਉਂਕਿ ਜਿਹੜਾ ਕੁਐਸਚਨ ਹੈ ਲੇਖਕ ਉਹ ਨਿਕੋਲਾ ਨੂੰ ਪੁੱਛ ਰਿਹਾ।
ਤੇ ਕਲਰ ਡੀਪਲੀ ਅੰਡਰ ਦ ਸਨ ਅੰਡਰ ਹਿਸ ਸਨਬਰਨ ਦੈਨ ਗਰੂ ਪੇਲ ਦਾ ਅਰਥ ਹੈ ਉਸ ਚਿਹਰੇ ਦਾ ਰੰਗ ਚੇਂਜ ਹੋ ਗਿਆ, ਪੀਲਾ ਪੈ ਗਿਆ, ਕਿਉਂਕਿ ਸਨਬਰਨ ਉਹਦਾ ਚਿਹਰਾ ਪਹਿਲਾਂ ਤੋਂ ਹੀ ਹੈ ਤੇ ਹੁਣ ਉਹ ਪੀਲਾ ਪੈ ਗਿਆ। ਤੇ ਹੁਣ ਲੋਕਾਂ ਦਾ ਚਿਹਰਾ ਲਾਲ ਤੇ ਪੀਲਾ ਕਿਉਂ ਪੈ ਜਾਂਦਾ ਹੈ? ਜਾਂ ਜਦੋਂ ਉਹ ਸ਼ਰਮਾ ਜਾਂਦਾ ਹੈ, ਜਾਂ ਜਦੋਂ ਗੁੱਸਾ ਆ ਜਾਂਦਾ ਹੈ, ਜਾਂ ਕੋਈ ਅਨਕੰਫਰਟੇਬਲ ਕੁਐਸਚਨ ਪੁੱਛ ਲੈਂਦਾ ਜਿਸ ਦਾ ਉਹ ਆਨਸਰ ਨਹੀਂ ਕਰਨਾ ਚਾਹੁੰਦਾ, ਤਾਂ ਉਹ ਚਿਹਰਾ ਉਹ ਪੀਲਾ ਪੈ ਜਾਂਦਾ। ਤੇ ਇੱਥੇ ਵੀ ਇਹੀ ਹੋਇਆ ਵੀ ਉਸਨੇ ਅਨਕੰਫਰਟੇਬਲ ਕੁਐਸਚਨ ਪੁੱਛ ਲਿਆ ਕਿ ਤੁਸੀਂ ਆਪਣੇ ਪੈਸੇ ਦਾ ਕੀ ਕਰਦੇ ਹੋ, ਵਾਟ ਡੂ ਯੂ ਡੂ ਵਿਦ ਯੋਰ ਮਨੀ, ਤੇ ਉਸਦਾ ਚਿਹਰਾ ਉਹ ਪੀਲਾ ਪੈ ਗਿਆ। ਤੇ ਹੀ ਲੁਕਡ ਐਟ ਦ ਗਰਾਊਂਡ, ਉਹਨੇ ਜ਼ਮੀਨ ਵੱਲ ਦੇਖਿਆ। ਯੂ ਮਸਟ ਬੀ ਸੇਵਿੰਗ ਅਪ ਟੂ ਐਮੀਗ੍ਰੇਟ ਟੂ ਅਮੈਰੀਕਾ, ਆਈ ਸਜੈਸਟਿਡ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਐਮੀਗ੍ਰੇਟ ਹੋਣਾ ਚਾਹੁੰਦੇ ਹੋ ਅਮਰੀਕਾ। ਤੇ ਦੋਸਤੋ ਦੋ ਮਿਲਦੇ ਜੁਲਦੇ ਸ਼ਬਦ ਨੇ ਐਮੀਗ੍ਰੇਟ ਤੇ ਇਮੀਗ੍ਰੇਟ, ਤੇ ਇਸ ਦਾ ਡਿਫਰੈਂਸ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਐਮੀਗ੍ਰੇਟ ਹੁੰਦਾ ਹੈ ਕਿਸੇ ਜਗ੍ਹਾ ਪਰਮਾਨੈਂਟਲੀ ਜਾਣਾ, ਜਿਹੜਾ ਕਿ ਇਸ ਪਾਠ ਵਿੱਚ ਯੂਜ਼ ਕੀਤਾ ਗਿਆ ਕਿ ਤੁਸੀਂ ਪਰਮਾਨੈਂਟਲੀ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਉੱਥੇ ਉਹਦੇ ਲਈ ਐਮੀਗ੍ਰੇਟ ਯੂਜ਼ ਕੀਤਾ ਗਿਆ। ਤੇ ਇਮੀਗ੍ਰੇਟ ਦਾ ਅਰਥ ਹੁੰਦਾ ਹੈ ਕਿਸੇ ਦੂਜੀ ਜਗ੍ਹਾ ਆ ਜਾਣਾ, ਤੇ ਐਮੀਗ੍ਰੇਟ ਹੈ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਪਰਮਾਨੈਂਟਲੀ ਸੈਟਲ ਹੋਣਾ। ਤੇ ਜਿਵੇਂ ਆਣਾ ਤੇ ਜਾਣਾ ਦਾ ਡਿਫਰੈਂਸ ਹੁੰਦਾ ਤੇ ਉਸੇ ਤਰ੍ਹਾਂ ਐਮੀਗ੍ਰੇਟ ਤੇ ਇਮੀਗ੍ਰੇਟ ਦਾ ਡਿਫਰੈਂਸ ਹੁੰਦਾ ਹੈ। ਹੀ ਲੁਕਡ ਐਟ ਮੀ ਸਾਈਡਵੇਜ਼, ਸਪੋਕ ਵਿਦ ਐਨ ਐਫਰਟ, ਹੀ ਸ਼ੁਡ ਗ੍ਰੇਟਲੀ ਲਾਈਕ ਟੂ ਗੋ ਟੂ ਦ ਸਟੇਟਸ ਬਟ ਹੇਅਰ ਐਟ ਪ੍ਰੈਜ਼ੈਂਟ ਵੀ ਹੈਵ ਅਦਰ ਪਲਾਨਸ। ਤੇ ਉਹਨੇ ਮੇਰੇ ਵੱਲ ਦੇਖਿਆ ਸਾਈਡਵੇਜ਼ ਤੋਂ ਤੇ ਕਾਫੀ ਜ਼ੋਰ ਲਾ ਕੇ ਬੋਲਿਆ ਕਿ ਅਸੀਂ ਸਟੇਟਸ ਵਿੱਚ, ਸਟੇਟਸ ਦਾ ਅਰਥ ਹੈ ਤੇ ਯੂਨਾਈਟਿਡ ਸਟੇਟਸ ਜਿਸ ਦਾ ਅਰਥ ਹੈ ਅਮਰੀਕਾ, ਕਿ ਅਸੀਂ ਅਮਰੀਕਾ ਜਾਣਾ ਤੇ ਚਾਹੁੰਦੇ ਹਾਂ ਪਰ ਹੁਣ ਇਸ ਸਮੇਂ ਸਾਡੇ ਕੁਝ ਹੋਰ ਪਲਾਨਸ ਨੇ। ਵਟ ਪਲਾਨਸ? ਤੇ ਲੇਖਕ ਨੇ ਪੁੱਛਿਆ ਕੀ ਪਲਾਨ? ਹੀ ਸਮਾਈਲਡ ਅਨਕੰਫਰਟੇਬਲੀ। ਹੁਣ ਲੇਖਕ ਹੈ ਅਨਕੰਫਰਟੇਬਲ ਕੁਐਸਚਨਸ ਪੁੱਛ ਰਿਹਾ ਨਿਕੋਲਾ ਨੂੰ, ਜਿਵੇਂ ਪਹਿਲਾਂ ਵੀ ਪੁੱਛਿਆ ਸੀਗਾ ਕਿ ਤੁਸੀਂ ਪੈਸਿਆਂ ਦਾ ਕੀ ਕਰਦੇ ਹੋ। ਤੇ ਨਿਕੋਲਾ ਹੈ ਹੁਣ ਉਸਦੇ ਅਨਕੰਫਰਟੇਬਲ ਕੁਐਸਚਨਸ ਤੋਂ ਬਹੁਤ ਹੀ ਪਰੇਸ਼ਾਨ ਹੈ, ਵੀ ਉਸਨੂੰ ਵਧੀਆ ਨਹੀਂ ਲੱਗ ਰਹੇ। ਜਸਟ ਪਲਾਨ ਸਰ, he answered in a low voice। ਤੇ ਉਹਨੇ ਕਿਹਾ ਸਿਰਫ ਪਲਾਨ ਹੀ ਹੈ। well I said we are leaving on Monday, is there anything I can do for you before you go। ਫਿਰ ਉਸਨੇ ਕਿਹਾ ਕਿ ਲੇਖਕ ਨੇ ਕਿ ਅਸੀਂ ਮੰਡੇ ਨੂੰ ਜਾ ਰਹੇ ਹਾਂ, ਕਿ ਅਸੀਂ ਤੁਹਾਡੇ ਵਾਸਤੇ ਕੁਝ ਕਰੀਏ ਜਾਣ ਤੋਂ ਪਹਿਲਾਂ। ਨਿਕੋਲਾ shook his head but suddenly Jacopo said sir, he burst out। ਤੇ ਨਿਕੋਲਾ ਨੇ ਆਪਣਾ ਸਿਰ ਹਿਲਾਇਆ ਮਨਾ ਕਰਨ ਦੇ ਲਈ, ਪਰ ਜਕੋਪੋ ਨੇ ਕਿਹਾ ਸਰ, ਵੀ ਉਸਨੇ ਕੁਝ ਕਹਿਣਾ ਸੀਗਾ ਉਹਨੂੰ। Every Sunday we make a visit to the country to Poleta, 30 kilometers from here। ਤੇ ਦੋਸਤੋ ਫੋਰਨ ਵਿੱਚ ਨਾ ਯੂਰਪ ਵਿੱਚ ਜਿਹੜਾ ਕੰਟਰੀ ਉਹ ਵਿਲੇਜ ਨੂੰ ਕਿਹਾ ਜਾਂਦਾ ਹੈ। ਜਿਵੇਂ ਪਿੰਡਾਂ ਵੱਲ ਨੂੰ ਕਿਤੇ ਜਾਣਾ ਤੇ ਕਹਿਣਾ ਵੀ ਕੰਟਰੀ, ਵਿਜ਼ਿਟ ਟੂ ਕੰਟਰੀ। ਤੇ ਉਸਨੇ ਕਿਹਾ ਕਿ ਹਰ ਸੰਡੇ ਅਸੀਂ ਪੋਲੇਟਾ ਵੱਲ ਨੂੰ ਜਾਂਦੇ ਹਾਂ ਤੇ 30 ਕਿਲੋਮੀਟਰ ਇੱਥੋਂ ਦੂਰ ਹੈ। Usually we hire bicycles but tomorrow since you are so kind you might send us in your car। ਵੀ ਵੈਸੇ ਹਮੇਸ਼ਾ ਅਸੀਂ ਬਾਈਸਾਈਕਲ ਕਿਰਾਏ ਤੇ ਲੈ ਕੇ ਜਾਂਦੇ ਹਾਂ, ਬਟ ਕਿਉਂਕਿ ਤੁਸੀਂ ਸਾਡੀ ਕਾਫੀ ਮਦਦ ਕਰ ਰਹੇ ਹੋ, ਤੁਸੀਂ ਬਹੁਤ ਕਾਈਂਡ ਹੋ, ਨੇਕ ਹੋ, ਤੁਸੀਂ ਸਾਨੂੰ ਆਪਣੀ ਗੱਡੀ ਵਿੱਚ ਭੇਜ ਦਿਓ। I had already told Luigi he might have the Sunday off। ਤੇ ਉਸਨੇ ਕਿਹਾ ਲੇਖਕ ਨੇ ਕਿ ਮੈਂ ਲੂਗੀ ਡਰਾਈਵਰ ਨੂੰ ਕਿਹਾ ਹੋਇਆ ਕਿ ਸੰਡੇ ਤੇਰਾ ਆਫ ਹੈ। However I answered I'll drive you out myself। ਵੀ ਮੈਂ ਆਪ ਹੀ ਗੱਡੀ ਚਲਾ ਕੇ ਤੁਹਾਨੂੰ ਲੈ ਜਾਵਾਂਗਾ। There was a pause ਤੇ ਹਰ ਕੋਈ ਰੁਕਿਆ ਰਿਹਾ। Nicola was glaring at younger brothers in vexation। ਤੇ ਵੈਕਸੇਸ਼ਨ ਦਾ ਅਰਥ ਹੁੰਦਾ ਹੈ ਅਪਸੈਟ ਮੂਡ ਦੇ ਨਾਲ, ਕਿ ਹੁਣ ਉਸਨੂੰ ਆਪਣੇ ਬ੍ਰਦਰ ਦੀ ਗੱਲ ਹੈ ਵਧੀਆ ਨਹੀਂ ਲੱਗੀ, ਆਪਣੇ ਭਰਾ ਦੀ ਗੱਲ, ਤੇ ਉਸਨੇ ਉਸਨੂੰ ਇੱਕ ਅਪਸੈਟ ਦੇ ਮੂਡ ਦੇ ਨਾਲ ਹੈ ਦੇਖਿਆ। We could not think of troubling you sir। ਤੇ ਉਸਨੇ ਕਿਹਾ ਲੇਖਕ ਨੂੰ ਕਿ ਅਸੀਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦੇ। It won't be any trouble। ਤੇ ਲੇਖਕ ਕਹਿੰਦਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। He bit his lip, then in a rather put out tone he said very well। ਤੇ ਇੱਥੇ he ਦਾ ਅਰਥ ਹੈ ਨਿਕੋਲਾ, ਤੇ bit his lip ਦਾ ਅਰਥ ਹੈ ਵੀ ਚੁੱਪ ਕਰ ਗਿਆ, ਵੀ ਉਹ ਜਾਣਾ ਨਹੀਂ ਸੀ ਚਾਹੁੰਦਾ ਪਰ ਚੁੱਪ ਕਰ ਗਿਆ। then in a rather put out tone, ਹੌਲੀ ਜਿਹੀ ਆਵਾਜ਼ ਵਿੱਚ he said, ਉਸਨੇ ਕਿਹਾ very well, ਬਹੁਤ ਵਧੀਆ। The following afternoon we drove to the tiny village set up high upon the hillside। ਤੇ ਅਗਲੀ ਦੁਪਹਿਰ ਨੂੰ ਵੀ ਇੱਥੇ ਤਿੰਨ ਲੋਕ ਹੈਗੇ ਨੇ, ਜਕੋਪੋ, ਨਿਕੋਲਾ ਅਤੇ ਡਰਾਈਵਰ। ਤੇ ਇਹ ਤਿੰਨੋਂ ਜਾ ਰਹੇ ਸੀਗੇ ਗੱਡੀ ਵਿੱਚ ਟੂ ਦਾ ਟਾਈਨੀ ਵਿਲੇਜ, ਉਹ ਛੋਟੇ ਜਿਹੇ ਪਿੰਡ ਜਾ ਰਹੇ ਸੀਗੇ। ਸੈਟ ਅਪ ਹਾਈ ਅਪੋਨ ਦਾ ਹਿਲ ਸਾਈਡ, ਜੋ ਕਿ ਪਹਾੜਾਂ ਦੇ ਉੱਪਰ ਬਣਿਆ ਹੋਇਆ ਹੈ। ਆਈ ਇਮੈਜਿਨ ਡੈਟ ਆਰ ਡੈਸਟੀਨੇਸ਼ਨ ਵੁੱਡ ਬੀ ਸਮ ਹੰਬਲ ਡਵੈਲਿੰਗ। ਤੇ ਹੁਣ ਰਾਈਟਰ ਇਹ ਸੋਚਦਾ ਕਿ ਮੈਂ ਸੋਚਿਆ ਵੀ ਹੁਣ ਅਸੀਂ ਜਿਹੜੀ ਥਾਂ ਤੇ ਜਾਣਾ ਉਹ ਕੋਈ ਹੰਬਲ ਡਵੈਲਿੰਗ, ਕੋਈ ਸਿੰਪਲ ਜਿਹਾ ਘਰ ਹੋਏਗਾ। ਬਟ
Directed by Jacopo, we drew up at a large red-roofed villa surrounded by a high stone wall. ਤੇ ਹੁਣ ਲੇਖਕ ਸੋਚ ਰਿਹਾ ਵੀ ਉਹ ਹੰਬਲ ਡਵੈਲਿੰਗ ਕੋਈ ਸਿੰਪਲ ਜਿਹੇ ਘਰ ਸਿੰਪਲ ਜਿਹੇ ਮਕਾਨ ਦੇ ਵਿੱਚ ਉਹ ਲੈ ਕੇ ਜਾਣਗੇ, ਪਰ ਜਕੋਪੋ ਜਿੱਧਰ ਲੈ ਕੇ ਗਿਆ ਤੇ ਉਹ ਬਹੁਤ ਹੀ ਵੱਡਾ ਵਿਲਾ ਸੀਗਾ ਤੇ ਲਾਲ ਰੰਗ ਦੀ ਉਸਦੀ ਰੂਫ ਸੀਗੀ, ਛੱਤ ਸੀਗੀ ਤੇ ਹਾਈ ਸਟੋਨ ਵਾਲ ਸਰਾਊਂਡਡ ਬਾਈ ਹਾਈ ਸਟੋਨ ਵਾਲ ਵੀ ਉਸਦੀ ਜਿਹੜੀ ਚਾਰ ਦੀਵਾਰੀ ਸੀ ਉਹ ਬਹੁਤ ਉੱਚੀ ਸੀਗੀ ਤੇ ਪੱਥਰਾਂ ਦੀ ਬਣੀ ਹੋਈ ਸੀਗੀ. I could scarcely believe my eyes, and before I could recover my breath, my 2 passengers had leaped from the car. ਤੇ ਸਕੇਅਰਸਲੀ ਦਾ ਮਤਲਬ ਹੁੰਦਾ ਹਾਰਡਲੀ ਤੇ ਇਸ ਦਾ ਅਰਥ ਹੈ ਕਿ ਮੈਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਆਇਆ ਤੇ ਮੇਰੇ ਸਾਹ ਲੈਂਦੇ ਸਾਰ ਹੀ ਬਹੁਤ ਹੀ ਜਲਦੀ ਉਹ ਦੋਨੋਂ ਪੈਸੇਂਜਰਸ ਕਾਰ ਤੋਂ ਉਤਰ ਗਏ. ਵੀ ਸ਼ੈਲ ਨਾਟ ਬੀ ਲੌਂਗ ਸਰ, ਵੀ ਸਰ ਅਸੀਂ ਜ਼ਿਆਦਾ ਦੇਰ ਨਹੀਂ ਲਾਣੀ, ਪਰਹੈਪਸ ਓਨਲੀ ਐਨ ਆਰ, ਸਿਰਫ 1 ਘੰਟਾ ਹੀ. ਮੇਬੀ ਯੂਡ ਲਾਈਕ ਟੂ ਗੋ ਆਊਟ ਟੂ ਦਾ ਕੈਫੇ ਇਨ ਦਾ ਵਿਲੇਜ ਫॉर ਅ ਡਰਿੰਕ, ਤੇ ਤੁਸੀਂ ਡਰਿੰਕ ਲੈਣ ਲਈ ਰਿਫਰੈਸ਼ਮੈਂਟ ਲੈਣ ਲਈ ਨੇੜਲੇ ਕੈਫੇ ਤੇ ਜਾਣਾ ਚਾਹੋਗੇ. They disappeared beyond the corner of the wall. ਹੁਣ ਦੀਵਾਰ ਦੇ ਕੋਰਨਰ ਤੇ ਜਾ ਕੇ ਦੋਨੋਂ ਬੱਚੇ ਗਾਇਬ ਵੀ ਹੋ ਗਏ. After a few minutes I followed. ਥੋੜੀ ਦੇਰ ਕੁਝ ਮਿੰਟਾਂ ਬਾਅਦ ਮੈਂ ਉਹਨਾਂ ਦਾ ਪਿੱਛਾ ਕੀਤਾ. I found a grilled side entrance and determinedly rang the bell. ਤੇ ਮੈਂ ਸਾਈਡ ਐਂਟਰੈਂਸ ਦੇਖਿਆ ਜਿਸ ਵਿੱਚ ਗ੍ਰਿਲ ਲੱਗੀ ਹੋਈ ਸੀ ਤੇ ਨਿਸ਼ਚੇ ਨਾਲ ਮੈਂ ਬੈਲ ਨੂੰ ਰਿੰਗ ਕੀਤਾ, ਬੈਲ ਵਜਾਈ. A pleasant looking woman with steel rimmed spectacles appear. ਤੇ ਇੱਕ ਚੰਗੀ ਦਿਖਣ ਵਾਲੀ ਔਰਤ ਇਸਤਰੀ ਤੇ ਜਿਸਨੇ ਐਨਕ ਪਾਈ ਹੋਈ ਸੀਗੀ, ਸਟੀਲ ਰਿਮ ਵੀ ਗੋਲ ਐਨਕ ਪਾਈ ਹੋਈ ਸੀਗੀ ਸਟੀਲ ਦੇ ਰਿਮ ਦੀ, ਉਹ ਬਾਹਰ ਆਈ. I blinked as I saw that she was dressed in white uniform of a trained nurse. ਤੇ ਮੈਂ ਦੇਖਿਆ ਕਿ ਉਹਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਨੇ ਜਿਸ ਤਰ੍ਹਾਂ ਦੇ ਕੱਪੜੇ ਨਰਸ ਨੇ ਪਾਏ ਹੁੰਦੇ ਨੇ. I just brought 2 small boys here. Ah yes, her face lit up. She opened the door to admit me. Nicola and Jacopo, I will take you up. ਤੇ ਉਸਨੇ ਨਰਸ ਨੂੰ ਕਿਹਾ ਕਿ ਮੈਂ ਇੱਧਰ 2 ਮੁੰਡੇ ਲੈ ਕੇ ਆਏ ਹਾਂ, ਛੋਟੇ ਬੱਚੇ. ਤੇ ਉਹਨੇ ਕਿਹਾ ਹਾਂ ਯੈਸ, ਤੇ ਉਸਦੇ ਚਿਹਰਾ ਖਿਲ ਗਿਆ ਨਰਸ ਦਾ ਤੇ ਉਹਨੇ ਦਰਵਾਜ਼ਾ ਖੋਲ੍ਹਿਆ. ਫਿਰ ਉਹਨੂੰ ਕਿਹਾ ਵੀ ਅੰਦਰ ਆ ਜਾਓ ਲੇਖਕ ਨੂੰ, ਤੇ ਫਿਰ ਨਰਸ ਨੇ ਕਿਹਾ ਕਿ ਮੈਂ ਤੁਹਾਨੂੰ ਲੈ ਜਾਂਦੀ ਹਾਂ. She led me through a cool tiled vestibule into the hospital for hospital the villa had become. ਤੇ ਵੈਸਟੀਬਲ ਦਾ ਅਰਥ ਹੁੰਦਾ ਗਲਿਆਰਾ. ਤੇ ਨਰਸ ਉਸ ਨੂੰ ਲੈ ਗਈ ਲੇਖਕ ਨੂੰ ਤੇ ਉਹ ਗਲਿਆਰੇ ਦੇ ਕੋਲ ਲੈ ਗਈ ਤੇ ਉੱਧਰ ਟਾਈਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਉਹ ਵਿਲਾ ਸੀਗਾ ਜੋ ਕਿ ਹਸਪੀਟਲ ਵਿੱਚ ਕਨਵਰਟ ਹੋ ਚੁੱਕਿਆ ਸੀਗਾ. ਐਟ ਦਾ ਡੋਰ ਆਫ ਅ ਲਿਟਲ ਕਿਊਬਿਕਲ ਦਾ ਨਰਸ ਪੌਜ਼ਡ. ਤੇ ਹਸਪੀਟਲ ਵਿੱਚ ਛੋਟੇ ਛੋਟੇ ਰੂਮ ਤੇ ਕੈਬਿਨ ਜਿਹੜੇ ਬਣੇ ਹੁੰਦੇ ਨੇ ਤੇ ਉਸ ਨੂੰ ਕਿਊਬਿਕਲ ਕਿਹਾ ਹੋਇਆ. ਤੇ ਉਸ ਛੋਟੇ ਜਿਹੇ ਕੈਬਿਨ ਦੇ ਜਾਂ ਛੋਟੇ ਜਿਹੇ ਰੂਮ ਦੇ ਦਰਵਾਜ਼ੇ ਦੇ ਕੋਲ ਜਾ ਕੇ ਨਰਸ ਰੁਕ ਗਈ. ਪੁੱਟ ਹਰ ਫਿੰਗਰ ਟੂ ਹਰ ਲਿਪਸ, ਉਹਨੇ ਆਪਣੀ ਉਂਗਲੀ ਆਪਣੇ ਲਿਪਸ ਤੇ ਰੱਖੀ. ਐਂਡ ਵਿਦ ਅ ਸਮਾਈਲ ਬੇਡ ਮੀ ਲੁੱਕ ਥਰੂ ਦਾ ਗਲਾਸ ਪਾਰਟੀਸ਼ਨ. ਤੇ ਬੇਡ ਦਾ ਅਰਥ ਹੁੰਦਾ ਇਸ਼ਾਰਾ ਕਰਨਾ ਤੇ ਉਸਨੇ ਇਸ਼ਾਰਾ ਕੀਤਾ ਲੇਖਕ ਨੂੰ ਵੀ ਗਲਾਸ ਦੇ ਪਾਰਟੀਸ਼ਨ ਦੇ ਥਰੂ ਤੁਸੀਂ ਅੰਦਰ ਦੇਖੋ ਵੀ ਰੂਮ 'ਚ ਕੀ ਹੈ. The 2 boys were seated in the bedside of a girl of about 20 who, propped on pillows, wearing a pretty lace jacket, was listening to their chatter, her eyes soft and tender. ਤੇ ਹੁਣ ਲੇਖਕ ਨੇ ਖਿੜਕੀ ਤੋਂ ਕੀ ਦੇਖਿਆ ਵੀ ਉਹ 2 ਬੱਚੇ ਬੈਠੇ ਹੋਏ ਨੇ, 2 ਮੁੰਡੇ ਨਿਕੋਲਾ ਤੇ ਜਕੋਪੋ, ਤੇ ਬੈੱਡ ਤੇ ਇੱਕ ਕੁੜੀ ਬੈਠੀ ਹੋਈ ਹੈ ਆਲਮੋਸਟ 20 ਸਾਲਾਂ ਦੀ ਤੇ ਪ੍ਰੋਪਡ ਅਪ ਔਨ ਪਿਲੋ ਸੀ ਮੀਨਸ ਕਿ ਉਹਦੇ ਪਿੱਠ ਦੀ ਸਪੋਰਟ ਲਈ ਪਿੱਲੋ ਪਏ ਹੋਏ ਨੇ. ਤੇ ਵੇਅਰਿੰਗ ਅ ਪ੍ਰੈਟੀ ਲੇਸ ਜੈਕਟ, ਤੇ ਉਹਨੇ ਬਹੁਤ ਹੀ ਵਧੀਆ ਜੈਕਟ ਪਾਈ ਹੋਈ ਹੈ ਤੇ ਉਹਨਾਂ ਦੀ ਗੱਲਾਂ ਸੁਣ ਰਹੀ ਹੈ ਬਹੁਤ ਹੀ ਪਿਆਰ ਨਾਲ. One could see at a glance her resemblance to her brothers. ਤੇ ਦੇਖ ਕੇ ਪਤਾ ਲੱਗ ਜਾਂਦਾ ਵੀ ਉਹ ਜੋ ਕੁੜੀ ਹੈ ਉਹ ਦੋਨਾਂ ਦੀ ਭੈਣ ਹੈ. A vase of wild flowers stood on her table besides a dish of fruit and several books. ਤੇ ਟੇਬਲ ਤੇ ਗੁਲਦਸਤਾ ਪਿਆ ਤੇ ਇਸ ਤੋਂ ਇਲਾਵਾ ਫਰੂਟਸ ਪਏ ਨੇ ਤੇ ਕੁਝ ਬੁੱਕਸ ਪਈਆਂ ਹਨ. Won't you go in? The nurse murmured. ਤੇ ਨਰਸ ਨੇ ਕਿਹਾ ਤੁਸੀਂ ਅੰਦਰ ਨਹੀਂ ਜਾਓਗੇ. Lucia will be pleased to see you. ਵੀ ਇਸ ਕੁੜੀ ਦਾ ਨਾਂ ਲੂਸੀਆ ਵੀ, ਉਹ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋਏਗੀ. I shook my head and turned away. ਤੇ ਮੈਂ ਆਪਣਾ ਚਿਹਰਾ ਹਿਲਾਇਆ ਤੇ ਚਲਾ ਗਿਆ. I felt I could not bear to intrude upon this happy family party. ਤੇ ਇੰਟਰੂਡ ਦਾ ਅਰਥ ਹੁੰਦਾ ਦਖਲ ਅੰਦਾਜ਼ੀ. ਤੇ ਮੈਨੂੰ ਇਹ ਲੱਗਿਆ ਕਿ ਮੈਨੂੰ ਉਹ ਫੈਮਿਲੀ ਦੀ ਪਾਰਟੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ. But at the foot of the staircase, I drew up
and begged her to tell me all she knew about these boys. ਤੇ ਪੌੜੀਆਂ ਦੇ ਕੋਲ ਮੈਂ ਨਰਸ ਨੂੰ ਕਿਹਾ ਕਿ ਮੈਨੂੰ ਮੁੰਡਿਆਂ ਬਾਰੇ ਸਾਰਾ ਕੁਝ ਦੱਸ ਦੇ ਜੋ ਉਸ ਨੂੰ ਪਤਾ ਹੈ। She was eager to do so, ਤੇ ਉਹ ਵੀ ਦੱਸਣਾ ਚਾਹੁੰਦੀ ਸੀ। They were, she explained, quite alone in the world except this sister Lucia. ਤੇ ਉਹਨੇ ਕਿਹਾ ਵੀ ਉਹ ਵੀ ਕਾਫੀ ਇਕੱਲੇ ਹੈਗੇ ਨੇ ਇਸ ਦੁਨੀਆ ਵਿੱਚ ਤੇ ਬਸ ਉਹਨਾਂ ਦੀ ਇੱਕੋ ਹੀ ਭੈਣ ਹੈ ਲੂਸੀਆ। Their father, a widower, a well-known singer, had been killed in early part of war. ਤੇ ਉਹਨਾਂ ਦਾ ਫਾਦਰ ਸੀਗਾ ਇੱਕ ਵਿਡੋਵਰ ਸੀਗਾ। ਵਿਡੋਵਰ ਹੁੰਦਾ ਵੀ ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੁੰਦੀ ਹੈ ਵੀ ਉਹਨਾਂ ਦੀ ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀਗੀ ਉਸਦੇ ਫਾਦਰ ਦੀ। ਤੇ ਉਹ ਇੱਕ ਬਹੁਤ ਹੀ ਫੇਮਸ ਸਿੰਗਰ ਸੀਗਾ ਤੇ ਉਹ ਮਰ ਚੁੱਕਿਆ ਸੀਗਾ ਵਾਰ ਦੇ ਸ਼ੁਰੂਆਤ ਵਿੱਚ। ਤੇ ਕਿਹੜੀ ਵਾਰ ਦੀ ਗੱਲ ਕੀਤੀ ਗਈ ਹੈ? ਵਰਲਡ ਵਾਰ 2 ਦੀ ਗੱਲ ਕੀਤੀ ਗਈ ਹੈ ਕਿ ਵਰਲਡ ਵਾਰ 2 ਵਿੱਚ ਉਹਨਾਂ ਦਾ ਫਾਦਰ ਵੀ ਮਰ ਗਿਆ ਸੀਗਾ। Shortly afterward, a bomb had destroyed their home and thrown 3 children into the streets. ਤੇ ਫਿਰ ਬੰਬ ਵੀ ਫਟ ਗਿਆ ਉਹਨਾਂ ਦੇ ਘਰ ਦੇ ਵਿੱਚ ਤੇ ਜਿਸ ਦੇ ਕਾਰਨ ਤਿੰਨੋਂ ਬੱਚੇ ਸੜਕ ਤੇ ਆ ਗਏ। They had always known a comfortable and cultured life. Lucia had herself been training as a singer and they had suffered horribly from near starvation and exposure to the cold winter. ਤੇ ਪਹਿਲਾਂ ਉਹ ਬੱਚੇ ਬਹੁਤ ਹੀ ਕੰਫਰਟੇਬਲ ਲਾਈਫ ਜਿੰਦੇ ਸੀਗੇ ਤੇ ਲੂਸੀਆ ਉਹ ਸਿੰਗਰ ਬਣਨਾ ਚਾਹੁੰਦੀ ਸੀਗੀ ਕਿਉਂਕਿ ਸਿੰਗਰ ਦੀ ਬੇਟੀ ਸੀਗੀ। ਤੇ ਵਰਲਡ ਵਾਰ ਕਾਰਨ ਤੇ ਘਰ ਦੀ ਤਬਾਹ ਹੋਣ ਕਾਰਨ ਪਿਤਾ ਦੀ ਮੌਤ ਦੇ ਕਾਰਨ ਤੇ ਉਹਨਾਂ ਨੇ ਬਹੁਤ ਜ਼ਿਆਦਾ ਸਫ਼ਰ ਕੀਤਾ ਤੇ ਸਟਾਰਵੇਸ਼ਨ ਦਾ ਅਰਥ ਹੁੰਦਾ ਭੁੱਖਮਰੀ ਤੇ ਬਹੁਤ ਹੀ ਭੁੱਖਮਰੀ ਦਾ ਇਹਨਾਂ ਨੇ ਸਾਹਮਣਾ ਕੀਤਾ ਤੇ ਠੰਡੀਆਂ ਰਾਤਾਂ ਵੀ ਇਹਨਾਂ ਨੇ ਗੁਜ਼ਾਰੀਆਂ ਬਿਨਾਂ ਘਰ ਤੇ। For months they had barely kept themselves alive in sort of shelter they built with their own hands amidst the rubble. ਤੇ ਰਬਲ ਹੁੰਦਾ ਟੁੱਟੀਆਂ ਫੁੱਟੀਆਂ ਇੱਟਾਂ। ਤੇ ਹੁਣ ਉਹ ਤਿੰਨੋਂ ਬੱਚੇ ਕਿੱਧਰ ਰਹਿ ਰਹੇ ਸੀਗੇ ਵੀ ਜਿਹੜਾ ਟੁੱਟੀ ਫੁੱਟੀ ਇੱਟਾਂ ਦਾ ਘਰ ਉਹਨਾਂ ਨੇ ਜਿਹੜਾ ਆਪ ਹੀ ਬਣਾਇਆ ਸੀਗਾ ਉੱਧਰ ਹੀ ਰਹਿ ਰਹੇ ਸੀਗੇ। Then for 3 years the Germans ruled the city. ਫਿਰ ਕੀ ਹੋਇਆ ਕਿ ਵਰਲਡ ਵਾਰ ਦੇ ਦੌਰਾਨ ਹੈ ਜਰਮਨੀ ਦਾ ਰੂਲ ਹੋ ਗਿਆ ਉਸ ਜੰਗ ਦੇ ਬਾਅਦ। ਤੇ the boys grew to hate Germans. ਤੇ ਉਹ ਬॉयਜ਼ ਦੇ ਮਨ ਵਿੱਚ ਉਹ ਮੁੰਡਿਆਂ ਦੇ ਮਨ ਵਿੱਚ ਜਰਮਨ ਦੇ ਖਿਲਾਫ ਹੈ ਨਫ਼ਰਤ ਪੈਦਾ ਹੋ ਗਈ। When the resistance movement began secretly to form, they were among the first to join. ਤੇ ਜਦੋਂ ਵਿਦਰੋਹ ਮੂਵਮੈਂਟ ਹੈ ਉਹ ਸਟਾਰਟ ਹੋ ਗਈ ਜਰਮਨੀ ਦੇ ਖਿਲਾਫ ਤੇ ਉਹਨਾਂ ਨੇ ਜੁਆਇਨ ਕਰ ਲਈ। When the war was over and we had peace at last, they came back to their beloved sister. ਤੇ ਜਦੋਂ ਜੰਗ ਖਤਮ ਹੋ ਗਈ ਤੇ ਉਹ ਵਾਪਸ ਆਪਣੀ ਭੈਣ ਕੋਲ ਆ ਗਏ ਐਂਡ ਦੇ ਫਾਊਂਡ ਹਰ ਤੇ ਉਹਨਾਂ ਨੂੰ ਉਹ ਮਿਲ ਗਈ। ਸਫਰਿੰਗ ਫਰੋਮ ਟਿਊਬਰਕਲੋਸਿਸ ਆਫ ਦਾ ਸਪਾਈਨ ਸ਼ੀ ਪੌਜ਼ ਟੁਕ ਅ ਡੀਪ ਬ੍ਰੈਥ। ਤੇ ਜਦੋਂ ਉਹਨਾਂ ਦੀ ਭੈਣ ਉਹਨਾਂ ਨੂੰ ਵਾਪਸ ਮਿਲੀ ਕੁਝ ਸਾਲਾਂ ਬਾਅਦ ਤੇ ਪਤਾ ਲੱਗਿਆ ਵੀ ਉਸ ਨੂੰ TB ਹੋ ਗਿਆ ਟਿਊਬਰਕਲੋਸਿਸ ਦੀ ਬਿਮਾਰੀ ਹੋ ਗਈ ਹੈ ਰੀੜ ਦੀ ਹੱਡੀ ਵਿੱਚ। Did they give up? I do not have to ask that question. ਤੇ ਉਹਨੇ ਪਹਿਲਾਂ ਸੋਚਿਆ ਕਿ ਮੈਂ ਪਹਿਲਾਂ ਪੁੱਛਾਂ ਨਰਸ ਨੂੰ ਕਿ ਉਹਨਾਂ ਨੇ ਹਾਰ ਮੰਨ ਲਈ। ਫਿਰ ਉਸਨੇ ਕਿਹਾ ਕਿ ਮੈਂ ਨਰਸ ਤੋਂ ਕੁਐਸਚਨ ਪੁੱਛ ਨਹੀਂ ਸਕਦਾ ਕਿਉਂਕਿ ਆਪ ਹੀ ਦੇਖ ਚੁੱਕਿਆ ਕਿ ਉਹਨਾਂ ਨੇ ਹਿੰਮਤ ਨਹੀਂ ਹਾਰੀ। They brought her here, persuaded us to take her to the hospital. In the 12 months she has been our patient and she has made good progress. There is every hope that one day she will walk and sing again. ਤੇ ਨਰਸ ਨੇ ਕਿਹਾ ਕਿ ਉਸਦੇ ਭਰਾ ਉਸ ਨੂੰ ਇੱਧਰ ਲੈ ਕੇ ਆਏ ਤੇ ਉਸ ਦਾ 1 ਸਾਲ ਤੋਂ ਪੇਸ਼ੈਂਟ ਹੈ ਜਿਹੜੀ ਲੂਸੀਆ ਹੈ ਉਹ ਇੱਧਰ ਹੀ ਹੈ ਤੇ ਬਹੁਤ ਹੀ ਵਧੀਆ ਉਹ ਪ੍ਰੋਗਰੈਸ ਕਰ ਰਹੀ ਹੈ ਤੇ ਬਹੁਤ ਹੀ ਉਮੀਦ ਹੈ ਕਿ ਉਹ ਇੱਕ ਦਿਨ ਚੱਲ ਵੀ ਸਕੇਗੀ ਤੇ ਗਾ ਵੀ ਸਕੇਗੀ। Of course, everything is so difficult now. Food is so scarce and dear. We could not keep going unless we charged a fee. ਤੇ ਨਰਸ ਕਹਿੰਦੀ ਕਿ ਹੁਣ ਕਾਫੀ ਜ਼ਿਆਦਾ ਮੁਸ਼ਕਲ ਹੈ ਤੇ ਕੀ ਹੁੰਦਾ ਕਿ ਜੰਗ ਤੋਂ ਬਾਅਦ ਕਾਫੀ ਪ੍ਰਾਈਸ ਵੀ ਹਾਈ ਹੋ ਜਾਂਦਾ ਤੇ ਸ਼ਾਰਟੇਜ ਵੀ ਹੋ ਜਾਂਦੀ ਹੈ। ਤੇ ਨਰਸ ਕਹਿੰਦੀ ਕਿ ਰੋਟੀ ਮਿਲਣਾ ਹੀ ਬਹੁਤ ਮੁਸ਼ਕਿਲ ਹੈ ਤੇ ਡੀਅਰ ਦਾ ਅਰਥ ਹੈ ਮਹਿੰਗੀ ਕਿ ਕਾਫੀ ਮਹਿੰਗੀ ਵੀ ਹੈ। ਤੇ ਵੀ ਕੁਡ ਨਾਟ ਕੀਪ ਗੋਇੰਗ ਅਨਲੈਸ ਵੀ ਚਾਰਜ ਅ ਵੀਕ ਵੀ ਸਾਨੂੰ ਹਸਪੀਟਲ ਵਿੱਚ ਵੀ ਫੀ ਹੈ ਚਾਰਜ ਕਰਨੀ ਪੈਣੀ ਹੈ। ਬਟ ਐਵਰੀ ਵੀਕ ਲੂਸੀਅਸ ਬ੍ਰਦਰਸ ਹੈਵ ਮੇਡ देयर ਪੇਮੈਂਟ। ਪਰ ਹਰ ਹਫਤੇ ਉਹ ਜਿਹੜੇ ਉਸਦੇ ਭਰਾ ਹੈ ਲੂਸੀਆ ਦੇ ਉਹ ਪੇਮੈਂਟ ਹੈ ਉਹ ਕਰ ਜਾਂਦੇ ਨੇ। ਸ਼ੀ ਐਡ ਸਿੰਪਲੀ ਆਈ ਡੋਂਟ ਨੋ ਵਟ ਦੇ ਡੂ ਆਈ ਡੂ ਨਾਟ ਆਸਕ। Work is scarce in Verona, but whatever it is, I know they do it well. ਜੇ ਕਿ ਮੈਨੂੰ ਨਹੀਂ ਪਤਾ ਕਿ ਉਹ ਕੀ ਕੰਮ ਕਰਦੇ ਨੇ ਕਿ ਕੰਮ ਮਿਲਣਾ ਵੀ ਬਹੁਤ ਮੁਸ਼ਕਿਲ ਹੈ ਵਰੋਨਾ ਦੇ ਵਿੱਚ ਪਰ ਮੈਨੂੰ ਇਹ ਪਤਾ ਕਿ ਜੋ ਵੀ ਉਹ ਕਰਦੇ ਨੇ ਬਹੁਤ ਹੀ ਚੰਗੀ ਤਰ੍ਹਾਂ ਕਰ ਰਹੇ ਨੇ ਮਿਹਨਤ ਤੇ ਇਮਾਨਦਾਰੀ ਨਾਲ ਉਹ ਕਰ ਰਹੇ ਨੇ। Yes, I agreed. They couldn't do it better.
ਤੇ ਲੇਖਕ ਕਹਿੰਦਾ ਹੈ ਵੀ ਮੈਂ ਇਸ ਗੱਲ ਨੂੰ ਮੰਨਦਾ ਕਿ ਇਸ ਤੋਂ ਵਧੀਆ ਉਹ ਕਰ ਵੀ ਨਹੀਂ ਸਕਦੇ। I waited outside until the boys rejoined me, then drove them back to the city. ਤੇ ਮੈਂ ਬਾਹਰ ਵੇਟ ਕੀਤੀ ਜਦੋਂ ਤੱਕ ਉਹ ਬॉयਜ਼ ਉਹ ਮੁੰਡੇ ਮੈਨੂੰ ਵਾਪਸ ਜੁਆਇਨ ਨਾ ਕਰ ਲੈਣ ਤੇ ਮੈਂ ਉਹਨਾਂ ਨੂੰ ਸ਼ਹਿਰ ਹੈ ਵਾਪਸ ਲੈ ਗਿਆ। They sat beside me not speaking. For my part, I did not say a word. I knew they would prefer to feel that they had safely kept their secret. ਤੇ ਉਹ ਮੇਰੇ ਨਾਲ ਹੀ ਬੈਠੇ ਸੀਗੇ ਤੇ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਂ ਵੀ ਉਹਨਾਂ ਨਾਲ ਇਹ ਗੱਲ ਨਹੀਂ ਕੀਤੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਉਹਨਾਂ ਦਾ ਸੀਕ੍ਰੇਟ ਉਹ ਸੀਕ੍ਰੇਟ ਹੀ ਰਿਹਾ। Yet their devotion had touched me deeply. ਵੀ ਉਹਨਾਂ ਦਾ ਭੈਣ ਦੇ ਪ੍ਰਤੀ ਜਿਹੜੀ ਉਹਨਾਂ ਦੀ ਡਿਵੋਸ਼ਨ ਸੀਗੇ ਉਹਨੇ ਮੈਨੂੰ ਕਾਫੀ ਟੱਚ ਕੀਤਾ। War has not broken their spirit. ਵੀ ਵਾਰ ਜਿਹੜੀ ਵਰਲਡ ਵਾਰ 2 ਜਿਹੜੀ ਜੰਗ ਹੈ ਉਹਨਾਂ ਦੇ ਜਜ਼ਬੇ ਨੂੰ ਤੋੜ ਨਹੀਂ ਪਾਈ। Their selfless action brought a new nobility to the human life, gave promise of a greater hope for human society. ਤੇ ਉਹ ਜੋ ਨਿਸਵਾਰਥ ਕੰਮ ਕਰ ਰਹੇ ਨੇ ਆਪਣੀ ਭੈਣ ਦੇ ਲਈ ਉਹ ਮਨੁੱਖੀ ਜੀਵਨ ਦੇ ਲਈ ਇੱਕ ਨਵੀਂ ਨੇਕੀ ਲੈ ਕੇ ਆਏ ਨੇ। gave promising of a greater hope for human society. ਤੇ ਹੁਣ ਹਿਊਮਨ ਸੁਸਾਇਟੀ ਦੇ ਲਈ ਕੀ ਹੋਪ ਹੈ ਕਿ ਆਉਣ ਵਾਲਾ ਸਮਾਂ ਬਹੁਤ ਹੀ ਵਧੀਆ ਹੋਏਗਾ। ਤੇ ਦੋਸਤੋ ਅਸੀਂ ਇਸ ਕਹਾਣੀ ਵਿੱਚ ਇਹ ਦੇਖਿਆ ਕਿ ਉਹ 2 ਭਰਾ ਨਿਕੋਲਾ ਤੇ ਜੈਕੋਬੋ ਤੇ ਉਹਨਾਂ ਦੀ ਭੈਣ ਦੇ ਪ੍ਰਤੀ ਨਿਸਵਾਰਥ ਪਿਆਰ ਤੇ ਸਭ ਕੁਝ ਤਬਾਹ ਹੋਣ ਤੋਂ ਬਾਅਦ ਵੀ ਹਿੰਮਤ ਨਾ ਹਾਰਨ ਦੇ ਹੌਸਲੇ ਦੇ ਕਾਰਨ ਉਹਨਾਂ ਨੂੰ 2 ਜੈਂਟਲਮੈਨ ਆਫ ਵਰੋਨਾ ਕਿਹਾ ਗਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਅਗਲੇ ਵੀਡੀਓ ਵਿੱਚ ਆਪ ਸਾਰਿਆਂ ਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਮਿਲ ਜਾਣਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।